ਹੈਲੋ ਸਟੂਡੈਂਟਸ, ਮੇਰਾ ਨਾਮ ਸ਼ਰੁਤੀ ਸ਼ਰਮਾ ਹੈ। ਅੱਜ ਅਸੀਂ 11ਵੀਂ ਜਮਾਤ ਦੇ ਲਈ ਇੰਪਲੋਏਬਿਲਿਟੀ ਸਕਿੱਲਸ ਪੜ੍ਹਾਂਗੇ, ਜਿਸ ਦਾ ਯੂਨਿਟ ਨੰਬਰ 2 ਹੈ ਸੈਲਫ ਮੈਨੇਜਮੈਂਟ ਸਕਿੱਲਸ। ਇਸ ਦਾ ਸੈਸ਼ਨ ਨੰਬਰ 6 ਸੈਲਫ ਮੋਟੀਵੇਸ਼ਨ ਸਾਡਾ ਅੱਜ ਦਾ ਟੌਪਿਕ ਹੈ। ਸੈਲਫ ਮੋਟੀਵੇਸ਼ਨ ਮਤਲਬ ਸਵੈ ਪ੍ਰੇਰਨਾ। ਆਓ ਜਾਣਦੇ ਹਾਂ ਸਵੈ ਪ੍ਰੇਰਨਾ ਕੀ ਹੁੰਦੀ ਹੈ। ਕੀ ਤੁਸੀਂ ਖਰਗੋਸ਼ ਅਤੇ ਕਛੂਏ ਦੀ ਕਹਾਣੀ ਬਾਰੇ ਸੁਣਿਆ ਹੈ? ਹੌਲੀ ਹੋਣ ਦੇ ਬਾਵਜੂਦ ਵੀ ਉਹ ਦੌੜ ਕਿਸਨੇ ਜਿੱਤੀ ਸੀ? ਕਛੂਏ ਨੇ। ਤੁਸੀਂ ਸੋਚਿਆ ਹੈ ਕਿ ਕਿਉਂ? ਕਿਉਂਕਿ ਕਛੂਏ ਨੇ ਕਦੇ ਆਪਣੇ ਆਪ ਨੂੰ ਘੱਟ ਨਹੀਂ ਸੋਚਿਆ ਤੇ ਬੇਸ਼ੱਕ ਉਹ ਪਿੱਛੇ ਰਹਿ ਗਿਆ ਸੀ, ਫਿਰ ਵੀ ਉਹ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਰਿਹਾ। ਕੀ ਖਰਗੋਸ਼ ਨੂੰ ਕਿਸੇ ਨੇ ਪ੍ਰੇਰਿਤ ਕੀਤਾ ਸੀ? ਨਹੀਂ, ਕਿਉਂਕਿ ਕਿਸੇ ਨੂੰ ਵੀ ਯਕੀਨ ਨਹੀਂ ਸੀ ਕਿ ਉਹ ਤੇਜ਼ ਚਾਲ ਵਾਲੇ ਖਰਗੋਸ਼ ਤੋਂ ਜਿੱਤ ਸਕਦਾ ਹੈ। ਫਿਰ ਉਸਨੂੰ ਕਿਸਨੇ ਪ੍ਰੇਰਿਤ ਕੀਤਾ? ਉਸਨੇ ਆਪਣੇ ਆਪ ਤੋਂ ਪ੍ਰੇਰਨਾ ਲਈ। ਉਸਨੇ ਆਪਣੀ ਕਾਬਲੀਅਤ ਤੇ ਯਕੀਨ ਰੱਖਿਆ ਤੇ ਆਪਣੇ ਆਪ ਨੂੰ ਪ੍ਰੇਰਿਤ ਕਰਕੇ ਉਹ ਰੇਸ ਜਿੱਤ ਗਿਆ। ਇਸ ਨੂੰ ਕਹਿੰਦੇ ਹਨ ਸਵੈ ਪ੍ਰੇਰਨਾ, ਸੈਲਫ ਮੋਟੀਵੇਸ਼ਨ। ਸਵੈ ਪ੍ਰੇਰਨਾ ਤੁਹਾਡੇ ਅੰਦਰਲੀ ਤਾਕਤ ਹੈ। ਇਹ ਸਵੈ ਪ੍ਰੇਰਨਾ ਹੀ ਹੈ ਜੋ ਤੁਹਾਨੂੰ ਕੰਮ ਕਰਨ ਲਈ ਤੇ ਸਫਲਤਾ ਲਈ ਪ੍ਰੇਰਿਤ ਕਰਦੀ ਹੈ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ, ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਤੇ ਆਪਣੇ ਆਪ ਵਿੱਚ ਸੁਧਾਰ ਕਰਨ ਲਈ, ਆਪਣੀ ਖੁਸ਼ੀ ਹਾਸਲ ਕਰਨ ਲਈ, ਸਾਡੀ ਯੋਗਤਾ ਵਧਾਉਣ ਵਿੱਚ ਤੇ ਬਿਨਾਂ ਕਿਸੇ ਹੋਰ ਦੀ ਪ੍ਰੇਰਨਾ ਦੇ ਸਹਾਰੇ ਰਹਿਣ ਨਾਲੋਂ ਆਪਣੇ ਆਪ ਨੂੰ ਆਪ ਪ੍ਰੇਰਿਤ ਕਰਨ ਨੂੰ ਸਵੈ ਪ੍ਰੇਰਨਾ ਕਹਿੰਦੇ ਹਨ। ਸਵੈ ਪ੍ਰੇਰਨਾ ਸੈਲਫ ਮੋਟੀਵੇਸ਼ਨ ਮਦਦ ਕਰਦੀ ਹੈ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਸਾਡਾ ਹੌਸਲਾ ਬਣਾਈ ਰੱਖਣ ਵਿੱਚ, ਮੁਸ਼ਕਿਲ ਸਮੇਂ ਦੌਰਾਨ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਾਰ ਨਾ ਮੰਨਣ ਦੀ ਪ੍ਰੇਰਨਾ ਦੇਣ ਵਿੱਚ, ਫੋਕਸਡ ਰਹਿਣ ਵਿੱਚ ਅਤੇ ਆਪਣੇ ਕੰਮ ਤੇ ਸੁਪਨਿਆਂ ਲਈ ਵਚਨਬੱਧ ਹੋ ਕੇ ਕੜੀ ਮਿਹਨਤ ਕਰਨ ਦੀ ਪ੍ਰੇਰਨਾ ਦੇਣ ਵਿੱਚ। ਆਓ ਦੇਖਦੇ ਹਾਂ ਸੈਲਫ ਮੋਟੀਵੇਸ਼ਨ ਦੀਆਂ ਕੁਝ ਐਗਜ਼ਾਮਪਲਸ। ਨੇਹਾ ਸਕੂਲ ਤੋਂ ਬਾਅਦ ਆਪਣਾ ਸਾਰਾ ਸਮਾਂ ਸਕੂਲ ਦਾ ਹੋਮਵਰਕ ਕਰਕੇ ਹੋਰ ਸੈਂਪਲ ਪੇਪਰਸ ਸੋਲਵ ਕਰਨ ਵਿੱਚ ਬਿਤਾਉਂਦੀ ਹੈ। ਉਹ ਹਰੇਕ ਸਬਜੈਕਟ ਵਿੱਚ ਘੱਟੋ ਘੱਟ 97% ਮਾਰਕਸ ਲੈ ਕੇ ਆਪਣੇ ਡ੍ਰੀਮਸ ਨੂੰ ਪੂਰਾ ਕਰਨ ਲਈ ਸਿਟੀ ਦੇ ਟੌਪਮੋਸਟ ਕਾਲਜ ਵਿੱਚ ਐਡਮਿਸ਼ਨ ਲੈਣਾ ਚਾਹੁੰਦੀ ਹੈ। ਦੂਸਰੀ ਐਗਜ਼ਾਮਪਲ ਦੇਖਦੇ ਹਾਂ। ਰੇਖਾ ਰੋਜ਼ ਸਵੇਰੇ 5 ਵਜੇ ਉੱਠ ਕੇ ਆਪਣੀਆਂ ਡਾਂਸ ਕਲਾਸਿਸ ਅਟੈਂਡ ਕਰਦੀ ਹੈ। ਫਿਰ ਘਰ ਆ ਕੇ ਸਕੂਲ ਜਾਣ ਤੋਂ ਪਹਿਲਾਂ ਆਪਣਾ ਹੋਮਵਰਕ ਵੀ ਖਤਮ ਕਰਦੀ ਹੈ। ਇਹ ਸਭ ਕਰਨ ਲਈ ਉਸਨੂੰ ਕੋਈ ਆਦੇਸ਼ ਨਹੀਂ ਦਿੰਦਾ, ਇਹ ਸਭ ਉਹ ਆਪਣੇ ਆਪ ਕਰਦੀ ਹੈ। ਵੱਖ-ਵੱਖ ਲੋਕ ਆਪਣੀ ਜ਼ਿੰਦਗੀ ਵਿੱਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਚੀਜ਼ਾਂ ਤੋਂ ਪ੍ਰੇਰਿਤ ਹੁੰਦੇ ਹਨ। ਆਓ ਦੇਖਦੇ ਹਾਂ ਮੋਟੀਵੇਸ਼ਨ ਦੀਆਂ ਟਾਈਪਸ। ਮੋਟੀਵੇਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ, ਐਕਸਟਰਨਲ ਮੋਟੀਵੇਸ਼ਨ ਐਂਡ ਇੰਟਰਨਲ ਮੋਟੀਵੇਸ਼ਨ। ਐਕਸਟਰਨਲ ਮੋਟੀਵੇਸ਼ਨ ਦਾ ਮਤਲਬ ਹੁੰਦਾ ਹੈ ਕਿਸੇ ਰਿਵਾਰਡ ਜਾਂ ਕਿਸੇ ਲਾਲਚ ਵਿੱਚ ਕੋਈ ਕੰਮ ਕਰਨਾ। ਸਤਿਕਾਰ ਦਾ ਲਾਲਚ, ਕੋਈ ਮਾਨਤਾ ਪ੍ਰਾਪਤ ਕਰਨ ਲਈ, ਪੈਸੇ ਲਈ ਜਾਂ ਸੁਸਾਇਟੀ ਵਿੱਚ ਪਾਵਰਫੁਲ ਪੋਜੀਸ਼ਨ ਗੇਨ ਕਰਨ ਲਈ, ਹੋਰ ਅੱਗੇ ਵਧਣ ਦਾ ਅਵਸਰ ਪ੍ਰਾਪਤ ਕਰਨ ਲਈ ਕੋਈ ਕੰਮ ਕਰਨਾ। ਫॉर ਐਗਜ਼ਾਮਪਲ, ਸੁਰੇਸ਼ ਰੋਜ਼ਾਨਾ 4 ਘੰਟੇ ਜਿਮ ਲਗਾਉਂਦਾ ਹੈ ਤੇ ਵੇਟ ਲਿਫਟਿੰਗ ਕਰਦਾ ਹੈ ਤਾਂ ਕਿ ਉਹ ਬਾਡੀ ਬਿਲਡਿੰਗ ਦਾ ਮੁਕਾਬਲਾ ਜਿੱਤ ਸਕੇ। ਸੈਕਿੰਡ ਟਾਈਪ ਹੈ ਇੰਟਰਨਲ ਮੋਟੀਵੇਸ਼ਨ, ਜਿਸ ਦਾ ਭਾਵ ਹੁੰਦਾ ਹੈ ਆਪਣੇ ਅੰਦਰ ਦੀ ਖੁਸ਼ੀ ਲਈ ਕੋਈ ਕੰਮ ਕਰਨਾ, ਸਿਹਤਮੰਦ ਰਹਿਣ ਲਈ ਜਾਂ ਉਹ ਕੰਮ ਕਰਨਾ ਜੋ ਤੁਹਾਨੂੰ ਚੰਗਾ ਮਹਿਸੂਸ ਕਰਵਾਉਂਦਾ ਹੋਵੇ। ਫॉर ਐਗਜ਼ਾਮਪਲ, ਰਾਜੇਸ਼ ਜਿਮ ਜਾ ਕੇ ਵੇਟ ਲਿਫਟਿੰਗ ਕਰਦਾ ਹੈ ਤਾਂ ਕਿ ਉਹ ਸਿਹਤਮੰਦ ਤੇ ਫਿਟ ਰਹਿ ਸਕੇ। ਆਓ ਜਾਣਦੇ ਹਾਂ ਇੱਕ ਸੈਲਫ ਮੋਟੀਵੇਟਿਡ ਪਰਸਨ, ਇੱਕ ਸਵੈ ਪ੍ਰੇਰਿਤ ਇਨਸਾਨ ਦੇ ਵਿੱਚ ਕੀ ਕੁਆਲਿਟੀਜ਼ ਹੁੰਦੀਆਂ ਹਨ। ਸਭ ਤੋਂ ਵੱਡੀ ਕੁਆਲਿਟੀ ਹੁੰਦੀ ਹੈ they know what they want from life।
ਉਹਨਾਂ ਨੂੰ ਪਤਾ ਹੁੰਦਾ ਹੈ, ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਉਹ ਜ਼ਿੰਦਗੀ ਤੋਂ ਚਾਹੁੰਦੇ ਕੀ ਹਨ। ਦੇ ਆਰ ਫੋਕਸਡ, ਉਹ ਕੇਂਦਰਿਤ ਹੁੰਦੇ ਹਨ, ਆਪਣੇ ਉਦੇਸ਼ ਨੂੰ ਲੈ ਕੇ ਫੋਕਸਡ ਹੁੰਦੇ ਹਨ। ਨੋ ਵਾਟ ਇਜ਼ ਇੰਪੋਰਟੈਂਟ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪ੍ਰਾਇੋਰਿਟੀ, ਪਹਿਲ ਕਿਸ ਚੀਜ਼ ਨੂੰ ਦੇਣੀ ਹੈ, ਕੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਐਂਡ ਆਰ ਡੈਡੀਕੇਟਿਡ ਟੂ ਫੁਲਫਿਲ ਦੇਅਰ ਡ੍ਰੀਮਸ, ਉਹ ਆਪਣੇ ਡ੍ਰੀਮਸ ਨੂੰ ਪੂਰਾ ਕਰਨ ਲਈ ਹਮੇਸ਼ਾ ਹੀ ਹਰ ਤਰ੍ਹਾਂ ਦੇ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਕਰਨ ਲਈ ਤਿਆਰ ਰਹਿੰਦੇ ਹਨ। ਆਓ ਜਾਣਦੇ ਹਾਂ ਸਵੈ ਪ੍ਰੇਰਨਾ ਨੂੰ ਕਿਵੇਂ ਉਜਾਗਰ ਕੀਤਾ ਜਾਵੇ। ਹਾਊ ਟੂ ਬਿਲਡ ਸੈਲਫ ਮੋਟੀਵੇਸ਼ਨ। ਇਸ ਦਾ ਪਹਿਲਾ ਸਟੈਪ ਹੈ ਆਈਡੈਂਟੀਫਾਈ ਯੋਰ ਲਾਈਕਸ ਐਂਡ ਡਿਸਲਾਈਕਸ। ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਤੁਹਾਨੂੰ ਕੀ ਪਸੰਦ ਹੈ ਤੇ ਕੀ ਨਾਪਸੰਦ ਹੈ, ਕੀ ਤੁਹਾਨੂੰ ਬਹੁਤ ਜ਼ਿਆਦਾ ਖੁਸ਼ ਕਰਦਾ ਹੈ। ਫੋਰ ਐਗਜ਼ਾਮਪਲ, ਆਈ ਲਵ ਕੁਕਿੰਗ, ਮੈਨੂੰ ਖਾਣਾ ਪਕਾਉਣਾ ਬਹੁਤ ਪਸੰਦ ਹੈ। ਆਪਣੇ ਕੰਮਾਂ ਨੂੰ ਕੇਂਦਰਿਤ ਕਰ ਲਓ ਆਪਣੇ ਉਦੇਸ਼ ਦੇ ਵੱਲ, ਆਪਣੀ ਸਾਰੀ એનર્ਜੀ ਆਪਣਾ ਉਦੇਸ਼ ਪ੍ਰਾਪਤ ਕਰਨ ਵਿੱਚ ਲਗਾਓ। ਫੋਰ ਐਗਜ਼ਾਮਪਲ, ਆਈ ਵਾਂਟ ਟੂ ਬਿਕਮ ਅ ਸ਼ੈਫ, ਮੈਂ ਇੱਕ ਸ਼ੈਫ ਬਣਨਾ ਚਾਹੁੰਦਾ ਹਾਂ ਤੇ ਇੱਕ ਸ਼ੈਫ ਬਣਨ ਦੇ ਲਈ ਮੇਰੇ ਸਾਰੇ ਹੀ ਕੰਮ ਉਸ ਉਦੇਸ਼ ਨੂੰ ਲੈ ਕੇ ਕੇਂਦਰਿਤ ਹੋਣੇ ਚਾਹੀਦੇ ਹਨ। ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪਲਾਨ ਬਣਾਓ। ਸਟੈਪ ਬਾਏ ਸਟੈਪ ਆਪਣੇ ਉਦੇਸ਼ ਨੂੰ ਕਿਵੇਂ ਪ੍ਰਾਪਤ ਕੀਤਾ ਜਾਏ ਉਸ ਦੇ ਬਾਰੇ ਜਾਣੋ। ਉਹ ਸਾਰੀਆਂ ਐਕਟੀਵਿਟੀਜ਼ ਦੀ ਲਿਸਟ ਬਣਾਓ ਜਿਨ੍ਹਾਂ ਨੂੰ ਅਚੀਵ ਕਰਕੇ ਤੁਸੀਂ ਆਪਣੇ ਉਦੇਸ਼ ਤੱਕ ਪਹੁੰਚ ਪਾਓਗੇ। ਜਿਵੇਂ ਕਿ ਜਮਾਤ ਪਾਸ ਕਰਨ ਤੋਂ ਬਾਅਦ ਮੈਂ ਹੋਟਲ ਮੈਨੇਜਮੈਂਟ ਦਾ ਕੋਰਸ ਜੁਆਇਨ ਕਰਾਂਗਾ ਤੇ ਉਸ ਨੂੰ ਕੰਪਲੀਟ ਕਰਕੇ ਮੈਂ ਐਡੀਸ਼ਨਲ ਕੋਰਸ ਜੁਆਇਨ ਕਰਾਂਗਾ ਤਾਂ ਕਿ ਮੈਂ ਸ਼ੈਫ ਬਣ ਸਕਾਂ। ਬੇਸ਼ੱਕ ਤੁਹਾਨੂੰ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ, ਕਿੰਨੇ ਵੀ ਮੁਸ਼ਕਲ ਸਮੇਂ ਤੋਂ ਕਿਉਂ ਨਾ ਗੁਜ਼ਰਨਾ ਪਵੇ, ਆਪਣੇ ਉਦੇਸ਼ 'ਤੇ ਕੇਂਦਰਿਤ ਰਹੋ, ਆਪਣੇ ਉਦੇਸ਼ ਦੀ ਸੇਧ ਵਿੱਚ ਕੰਮ ਕਰਦੇ ਰਹੋ। ਫੋਰ ਐਗਜ਼ਾਮਪਲ, ਬੇਸ਼ੱਕ ਮੈਂ ਹੋਟਲ ਮੈਨੇਜਮੈਂਟ ਦਾ ਐਂਟਰੈਂਸ ਟੈਸਟ ਨਹੀਂ ਪਾਸ ਕਰ ਪਾਇਆ, ਲੇਕਿਨ ਮੈਂ ਕੋਈ ਹੋਰ ਤਰੀਕਾ ਲੱਭਾਂਗਾ ਕਿ ਸ਼ੈਫ ਕਿਵੇਂ ਬਣਿਆ ਜਾ ਸਕਦਾ ਹੈ।